ਲੈਕਚਰ ਹੈਗਾ ਜਿਹੜਾ ਅੱਜ ਦਾ ਪੀ ਐਂਡ ਸੀ 11 ਨੰਬਰ ਲੈਕਚਰ ਹੈ। ਅੱਜ ਇਹਨੂੰ ਛੋਟਾ ਰੱਖੂੰਗਾ, ਠੀਕ ਹੈ ਜੀ। ਤੁਹਾਨੂੰ 15 ਕੁ ਮਿੰਟ 'ਚ ਮੁਕਾ ਦੇਣਾ। ਸਿਰਫ ਇਸ ਵਿੱਚ ਇੱਕ ਮੈਥਡ ਯੂਜ਼ ਕਰਨਾ, ਉਹਨੂੰ ਮੈਥਡ ਆਪਾਂ ਕਹਿੰਦੇ ਆ ਜਾਂ ਤਾਂ ਯੂਨਿਟ ਮੈਥਡ ਕਹਿ ਲਓ, ਇਹ ਅੱਡ ਅੱਡ ਕਿਤਾਬਾਂ 'ਚ ਆ, ਜਾਂ ਬਾਈਂਡਿੰਗ ਮੈਥਡ ਕਹਿ ਲਓ, ਠੀਕ ਹੈ, ਜਾਂ ਕਿਸੇ ਹੋਰ ਤਰੀਕੇ ਨਾਲ ਵੀ ਟੂਗੈਦਰਨੈਸ ਮੈਥਡ ਕਹਿਤਾ ਜਾਂ ਕੁਝ ਕਹਿਤਾ, ਤੁਹਾਡੇ ਪਾਸ ਉਹ ਸਾਰਾ ਕੁਝ ਚੱਲ ਜਾਏਗਾ। ਅਲਟੀਮੇਟਲੀ ਅਸੀਂ ਪੇਪਰ 'ਚ ਮੈਥਡ ਦਾ ਨਾਂ ਨਹੀਂ ਲਿਖਣਾ ਹੁੰਦਾ ਹੈਗਾ ਤੁਹਾਡੇ ਕੋਲ। ਤੋ ਇਹਦਾ ਮਤਲਬ ਹੈ ਬਾਈਂਡਿੰਗ ਟੂਗੈਦਰ ਔਰ ਯੂਨਿਟ ਮੈਥਡ, ਕਿਸੇ ਨੂੰ ਯੂਨਿਟ ਕਰਨਾ, ਇਸ 'ਚ ਕਿੱਦਾਂ ਦੇ ਕੁਐਸਚਨ ਆਉਣਗੇ, ਕੁਐਸਚਨ ਤੋਂ ਹੀ ਮੈਥਡ ਸਮਝੀਏ ਆਪਾਂ। ਤਾਂ ਕੁਐਸਚਨ ਹੈ ਡਾਟਰ, DAUGHTER। ਸੋ ਸਪੈਲਿੰਗ ਸਾਨੂੰ ਡਾਟਰ ਦੇ ਦਿੱਤੇ, ਠੀਕ ਹੈ। ਉਹਦੇ ਵਿੱਚੋਂ ਤੁਹਾਨੂੰ ਕਹਿੰਦਾ ਵੋਵਲਸ ਆਲਵੇਜ਼ ਟੂਗੈਦਰ, ਠੀਕ ਹੈ। ਉਹਨੇ ਕਿਹਾ ਤੁਹਾਡੇ ਪਾਸ ਵੋਵਲਸ ਆਲਵੇਜ਼ ਟੂਗੈਦਰ। ਜਦੋਂ ਆਲਵੇਜ਼ ਟੂਗੈਦਰ ਆ ਜੇ ਤਾਂ ਤੁਹਾਡੇ ਕੋਲ ਸਮਝ ਲੈਣਾ ਬਾਈਂਡਿੰਗ ਮੈਥਡ ਲੱਗਣਾ। ਉਹ ਤੋਂ ਬਾਅਦ ਦੂਜੇ ਕੁਐਸਚਨ ਕਹਿ ਰਿਹਾ ਵੋਵਲ ਨੈਵਰ ਕਮ ਟੂਗੈਦਰ, ਠੀਕ ਹੈ। ਵੋਵਲ ਨੈਵਰ ਕਮ ਟੂਗੈਦਰ, ਨੈਵਰ ਕਮ ਟੂਗੈਦਰ। ਸੋ ਇੱਕ ਵਾਰ ਤੁਹਾਨੂੰ ਕਹਿ ਰਿਹਾ ਵੋਵਲਸ ਟੂਗੈਦਰ, ਇੱਕ ਵਾਰ ਤੁਹਾਨੂੰ ਕਹਿ ਰਿਹਾ ਵੋਵਲਸ ਨੈਵਰ ਕਮ ਟੂਗੈਦਰ। ਤੋ ਜਿਹੜਾ ਸਾਡਾ ਫੋਕਸ ਹੈ, ਸਾਡਾ ਫੋਕਸ ਰਹੇਗਾ ਟੂਗੈਦਰ ਤੇ, ਠੀਕ ਹੈ ਜੀ। ਨੈਵਰ ਟੂਗੈਦਰ 'ਚ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। ਨੈਵਰ ਟੂਗੈਦਰ ਵਾਲਾ ਕੋਈ ਵੀ ਕੁਐਸਚਨ ਆ ਗਿਆ ਅਗਰ ਤੁਹਾਨੂੰ, ਤਾਂ ਤੁਸੀਂ ਟੋਟਲ ਮਾਈਨਸ ਟੂਗੈਦਰ ਨਿਕਾਲ ਲਓ, ਇਹ ਹਮੇਸ਼ਾ ਨੈਵਰ ਟੂਗੈਦਰ ਆ ਜਾਏਗਾ। ਇਹਦਾ ਮਤਲਬ ਨੈਵਰ ਟੂਗੈਦਰ ਨਿਕਾਲਣਾ ਸਾਡਾ ਕੋਈ ਰੋਲ ਨਹੀਂਗਾ ਤੁਹਾਡੇ ਪਾਸ। ਸਾਡਾ ਹੈ ਵੋਵਲਸ ਆਰ ਆਲਵੇਜ਼ ਟੂਗੈਦਰ, ਠੀਕ ਹੈ। ਕੱਲਾ ਵੋਵਲ ਕੌਨਸੋਨੈਂਟ ਨਹੀਂ, ਰਾਮ ਐਂਡ ਸ਼ਾਮ, ਸੀਤਾ ਐਂਡ ਗੀਤਾ, 2 ਨੰਬਰਸ ਆਰ, ਈਵਨ ਨੰਬਰਸ ਆਰ ਟੂਗੈਦਰ। ਬਥੇਰੀਆਂ ਸਾਰੀਆਂ ਸਿਚੁਏਸ਼ਨਸ ਆਉਣਗੀਆਂ, 2-3 ਸਿਚੁਏਸ਼ਨਸ ਆਪਾਂ ਇੱਥੇ ਡਿਸਕਸ ਕਰਾਂਗੇ। ਵੋਵਲਸ ਆਲਵੇਜ਼ ਟੂਗੈਦਰ, ਵੋਵਲਸ ਨੈਵਰ ਟੂਗੈਦਰ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਤੁਹਾਡੇ ਕੋਲ ਹੁਣ ਆਪਾਂ ਨੇ ਕੀ ਕਰਨਾ ਹੈਗਾ ਤੁਹਾਡੇ ਕੋਲ, ਤੋਂ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੈ ਤੁਹਾਡੇ ਕੁਐਸਚਨ ਵਿੱਚ ਵੋਵਲ ਕਿੰਨੇ ਨੇ ਤੇ ਕੌਨਸੋਨੈਂਟ ਕਿੰਨੇ ਨੇ ਤੇ ਕਿਆ ਰੈਪੀਟੀਸ਼ਨ ਅਲਾਉਡ ਹੈ। ਦੇਖੋ ਇਹ ਟੋਟਲ ਹੈ 3 3 6 8 ਨੇ ਟੋਟਲ, ਠੀਕ ਹੈ। ਤਾਂ ਇਹਦਾ ਮਤਲਬ ਟੋਟਲ 8 ਚੋਂ ਕੋਈ ਰੈਪੀਟੀਸ਼ਨ ਨਹੀਂ ਨਾ, ਤਾਂ ਇਹਦਾ ਮਤਲਬ ਟੋਟਲ ਨੰਬਰ ਆਫ ਵੇਜ਼ ਹੁਣ ਤੱਕ ਤੁਸੀਂ ਇਹ ਪੜ੍ਹਿਆ ਬਈ ਬਿਨਾ ਕੰਸਟ੍ਰੇਂਟ ਤੋਂ ਹੋਵੇ, ਬਿਨਾ ਰੈਪੀਟੀਸ਼ਨ ਦੇ ਹੋਵੇ, ਤਾਂ ਟੋਟਲ ਨੰਬਰ ਆਫ ਵੇਜ਼ ਜਿੰਨੇ ਅੱਖਰ ਹੈ ਉਨੇ ਫੈਕਟੋਰੀਅਲ। ਇਹਦਾ ਮਤਲਬ 8 ਫੈਕਟੋਰੀਅਲ ਟੋਟਲ ਅੱਖਰ ਨੇ ਜਿਹੜੇ ਡਾਟਰ ਨੂੰ ਸ਼ਫਲ ਕਰਕੇ ਬਣਾਏ ਜਾ ਸਕਦੇ ਨੇ ਤੁਹਾਡੇ ਕੋਲ। ਹੁਣ ਵੋਵਲਸ ਟੂਗੈਦਰ, ਤਾਂ ਆਪਾਂ ਦੇਖੀਏ ਤੁਹਾਡੇ ਪਾਸ ਵੋਵਲਸ ਆਪਣੇ ਕੋਲ ਵੋਵਲਸ ਹੈਗੇ ਨੇ A, E ਤੇ U, ਇਹ 3 ਨੇ, ਠੀਕ ਹੈ ਜੀ। 3 ਵੋਵਲ ਆ ਗਏ ਤੇ ਜਿਹੜੇ ਕੌਨਸੋਨੈਂਟ ਬਚ ਗਏ DHGTR, ਅੱਗੇ ਪਿੱਛੇ ਦਾ ਕੋਈ ਚੱਕਰ ਨਹੀਂਗਾ ਤੁਹਾਡੇ ਕੋਲ, ਠੀਕ ਹੈ ਜੀ। ਇਹ ਕੌਨਸੋਨੈਂਟ ਆ ਗਏ ਸਾਡੇ ਕੋਲ 5। ਹੁਣ ਵੋਵਲਸ ਟੂਗੈਦਰ ਹੈ ਨਾ, ਟੂਗੈਦਰ ਅਗਰ ਵੋਵਲਸ ਆ ਗਏ ਤਾਂ ਵੋਵਲਸ ਨੂੰ ਬੰਨ ਦੇਣਾ ਹੈਗਾ, ਠੀਕ ਹੈ। ਤਾਂ ਮਤਲਬ ਇਹ AEU, ਇਹ ਤਿੰਨਾਂ ਨੂੰ 1 ਯੂਨਿਟ ਕਹਿ ਲੈਣਾ ਹੈ। 1 ਯੂਨਿਟ ਟੂਗੈਦਰਨੈਸ, ਬਾਈਂਡਿੰਗ, ਇਹਨਾਂ ਨੂੰ ਬਾਈਂਡ ਕਰ ਦੇਣਾ ਹੈ। ਇਹਨਾਂ ਨੇ ਇਕੱਠੇ ਬਹਿਣਾ ਨਾ, ਤਾਂ ਇਹਨਾਂ ਨੂੰ ਆਪਾਂ ਬਾਈਂਡ ਕਰ ਦਿੱਤਾ। ਸੋ ਇਹਨਾਂ ਨੂੰ 1 ਯੂਨਿਟ ਮੰਨ ਲਿਆ ਤੇ ਉੱਥੇ ਤੁਸੀਂ ਲੈਂਗੁਏਜ ਲਿਖਣੀ ਹੈ, ਠੀਕ ਹੈ। ਕੰਸੀਡਰ 3 ਵੋਵਲਸ ਐਜ਼ 1 ਯੂਨਿਟ। ਤਾਂ 3 ਵੋਵਲਸ ਨੂੰ ਮੈਂ ਅਗਲਾ ਪੇਜ ਲੈ ਲਾਂ, ਤੁਹਾਨੂੰ ਸੌਖਾ ਹੋ ਜਾਊਗਾ ਲਿਖਣਾ, ਠੀਕ ਹੈ। ਸੋ ਅਗਰ ਆਪਾਂ ਇਸ ਕੁਐਸਚਨ ਨੂੰ ਲਿਖੀਏ, ਧਿਆਨ ਨਾਲ ਦੇਖਿਓ ਜੀ, ਇੱਕ ਕੁਐਸਚਨ ਨੇ ਮੈਥਡ ਕਰਵਾ ਦੇਣਾ ਹੈ। ਸੋ ਇਹ ਤੁਹਾਡੇ ਵੋਵਲਸ ਸੀ, ਠੀਕ ਹੈ। ਜਿਹੜੇ ਤੁਹਾਡੇ ਕੌਨਸੋਨੈਂਟ ਸੀਗੇ ਤੁਹਾਡੇ ਕੋਲ ਉਹ ਹੈਗਾ DHGTR, ਸੀਰੀਅਲ ਦਾ ਕੋਈ ਚੱਕਰ ਨਹੀਂ, ਠੀਕ ਹੈ। ਕਹੋ HGGH ਹੁੰਦਾ, ਕੋਈ ਦਿੱਕਤ ਨਹੀਂ ਗੀ ਤੁਹਾਡੇ ਪਾਸ, ਠੀਕ ਹੈ। ਸੀਰੀਅਲ ਵਾਈਜ਼ ਦਾ ਚੱਕਰ ਨਹੀਂ ਹੈ। ਸੋ ਆਪਾਂ ਕੀ ਕਰਨਾ ਹੈ, ਕੰਸੀਡਰ AEU ਐਜ਼ 1 ਯੂਨਿਟ। ਸੋ ਇਹਨਾਂ ਨੂੰ ਬਾਈਂਡ ਟੂਗੈਦਰ ਕਰ ਲਿਆ, ਇਹਨੂੰ 1 ਯੂਨਿਟ ਮੰਨ ਲਿਆ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਹਨਾਂ ਨੂੰ ਆਪਾਂ ਨੇ 1 ਯੂਨਿਟ ਮੰਨ ਲਿਆ। ਜਦੋਂ ਆਪਾਂ 1 ਯੂਨਿਟ ਮੰਨ ਲਿਆ, ਅਬ ਨੰਬਰ ਆਫ ਅਰੇਂਜਮੈਂਟ, ਦੇਅਰਫੋਰ ਨੰਬਰ ਆਫ ਅਰੇਂਜਮੈਂਟਸ, ਹੁਣ ਨੰਬਰ ਆਫ ਅਰੇਂਜਮੈਂਟਸ ਆ ਜਿਹੜਾ ਹੈ ਇਹ ਤਾਂ 1 ਯੂਨਿਟ ਹੈ, ਬਾਕੀ DHGTR ਆ ਗਏ। ਸੋ 1 2 3 4 5 6। ਸੋ ਨੰਬਰ ਆਫ ਅਰੇਂਜਮੈਂਟ ਕਿੰਨੇ ਆ ਗਏ ਜੀ, 6 ਫੈਕਟੋਰੀਅਲ। ਕਿਆ ਕੁਐਸਚਨ ਹੋਇਆ, ਹਜੇ ਨਹੀਂ ਹੋਇਆ। ਹੁਣ ਇਹ 6 ਫੈਕਟੋਰੀਅਲ ਤਾਂ ਆ ਗਏ ਜੀ, ਠੀਕ ਹੈ। ਦੇ ਦੈਮਸੈਲਫ ਕੈਨ ਬੀ ਅਰੇਂਜ।
ਹੁਣ ਆ ਤਾਂ 6 ਆ ਗਏ, ਇਹ ਅਦਲੀ ਬਦਲੀ ਅੰਦਰ ਤਾਂ ਆਪਸ ਚ ਕਰ ਸਕਦੇ ਟੂਗੈਦਰ ਨੇ। ਈ ਆਗੇ ਆ ਗਿਆ, ਇਹ ਪਿੱਛੇ ਹੋ ਗਿਆ, ਯੂ ਆਗੇ ਆ ਗਿਆ, ਈ ਪਿੱਛੇ ਚਲ ਗਿਆ। ਇਹ ਤਾਂ ਹੈ ਅੱਗੇ ਤੁਸੀਂ ਇਹ ਕਹਿਣਾ ਦੈਮਸੈਲਫ ਦੇ, ਯਾਨੀ ਕਿ ਵੋਵਲਸ ਦੈਮਸੈਲਫ can be arranged in vowels themselves। ठीक है जी। सो इंग्लिश नहीं पढ़ी जाती तो कोई चक्कर नहीं का, मैं जो बोल रहा हूँ सुन लो, क्योंकि बाद च मेरे तो अपनी लिखी नहीं पढ़ी जाती। ठीक है जी। सो vowel themselves can be arranged, ठीक है, in किन्ने च अरेंज तुहाडे पास कर सकते 3 विक्टोरियल। देयरफॉर टोटल नंबर ऑफ अरेंजमेंट, टोटल नंबर ऑफ अरेंजमेंट्स। ਹੁਣ टोटल फंडामेंटल काउंटिंग की कहती है, जब तक वॉवल ते कॉन्सोनेंट इकट्ठे नहीं अरेंज होंगे काम नहीं बनना। सो टोटल नंबर ऑफ अरेंजमेंट्स आ गए, ये विच वॉवल्स टुगैदर ने। ठीक है जी। हुण नॉट टुगैदर कढ़ना है, बस काम खत्म। नॉट टुगैदर कढ़ना है 8 फिक्टोरियल माइनस 6 फिक्टोरियल गुणा 3 फिक्टोरियल। ਇਹਦਾ मतलब असी एक मैथड डिवेलप कर लिया जिसनों असी बाइंडिंग मैथड कहने आ। मैथड ਦੇ ਵਿੱਚ ਕੀ ਹੈਗਾ ਤੁਹਾਡੇ ਕੋਲ ਬਈ, ਅਸੀਂ ਜਿਹੜਾ ਹੈ ਤੁਹਾਡੇ ਕੋਲ ਜਿਸ ਚੀਜ਼ ਨੂੰ ਵੀ ਉਸਨੇ ਟੁਗੈਦਰ ਕਿਹਾ ਹੈ ਉਸ ਚੀਜ਼ ਨੂੰ ਅਸੀਂ ਇਕੱਠਾ ਕਰ ਲੈਣਾ ਹੈ ਤੇ ਆਪਾਂ ਅਰੇਂਜਮੈਂਟ ਦੇਖਣੇ ਨੇ। ਉਸਨੇ ਕਿਹਾ ਵੋਵਲਸ ਆ ਨੇ, ਤਾਂ ਵੋਵਲਸ ਨੂੰ ਆਪਾਂ ਨੇ ਦੇਖ ਲਿਆ ਤੁਹਾਡੇ ਕੋਲ ਜਿਹੜਾ ਹੈਗਾ ਹੈ। ਠੀਕ ਹੈ, ਵੋਵਲਸ ਨੂੰ ਇਕੱਠਾ ਕਰ ਲਿਆ। ਇਕੱਠਾ ਕਰਨ ਤੋਂ ਬਾਅਦ ਨੰਬਰ ਆਫ ਅਰੇਂਜਮੈਂਟਸ ਕਿੰਨੇ ਹੋਏ, ਇਹ 1 ਹੈ। ਤੇ ਨੰਬਰ ਆਫ ਅਰੇਂਜਮੈਂਟਸ ਆਫਟਰ ਬਾइंडिंग, ठीक है, कंसीडरिंग them 1 6 फिक्टोरियल। नाउ वोवल themselves कैन बी अरेंज, आपस का अदली बदली करे सकते। ठीक है, आपस से अदली बदली करेंगे 3 फिक्टोरियल। टोटल नंबर ऑफ अरेंजमेंट 3 फिक्टोरियल ना गुणा खाएगा, क्योंकि टोटल अदली बदली तो आपस से सारी इकट्ठी इवेंट है। सो आ गए ये वोवल्स टुगैदर आ जाएंगे तो टोटल विचों टुगैदर घटा दोगे तो तुहाडा नॉट टुगैदर आ जाएगा। तो ये वाली चीज़ जिहड़ी हैगी है तुहाडे कोल। सो मेरा ख्याल है जी तुहानू क्वेश्चन समझ आ गया तुहाडे कोल। ठीक है, नैक्सट क्वेश्चन आपां इस टाइप का लैने हैगे। सो नैक्सट क्वेश्चन जिहड़ा हैगा तुहाडे कोल वो की हैगा तुहाडे पास, और ये ज़्यादा स्कूलों के पेपर विच पाया जाता हैगा तुहाडे कोल। कहंदा इन हाउ मैनी वेज, इन हाउ मैनी वेज, इन हाउ मैनी वेज 9 एग्जामिनेशन पेपर, 9 एग्जामिनेशन papers, 9 exam can be arranged, can be arranged so that best and worst, so that best and worst, best मैंने अच्छा, worst मैंने बुरा, never together। सो मेरा ख्याल है स्टेटमेंट थोड़ा पढ़न योग हालत च हैगी है। इन हाउ मैनी वेज 9 एग्जामिनेशन पेपर्स कैन बी अरेंज सो दैट वर्स्ट बेस्ट एंड वर्स्ट नैवर टुगैदर। सो नैवर टुगैदर का अजे तक की हुंदा टोटल माइनस टुगैदर। ये नैवर टुगैदर का फार्मूला है। नैवर टुगैदर का फार्मूला है टोटल विचों टुगैदर घटाओ। जदों भी टुगैदर की गल होएगी ਤਾਂ ਬਾइंडिंग ਦੀ ਗੱਲ ਹੋਏਗੀ ਜਾਂ ਫਿਰ यूनिट मैथड ਦੀ ਗੱਲ ਹੋਏਗੀ। ठीक है, सो टोटल नंबर ऑफ वेज सारे डिफरेंट ने ना पेपर, तो टोटल हो गया 9 फिक्टोरियल। ठीक है, हुण बेस्ट एंड वर्स्ट इनू 1 यूनिट कंसीडर कर लो। बेस्ट ते वर्स्ट 1 यूनिट, ये 7 पेपर इधर बच जाएंगे। क्यों, टोटल सीगे 9, बेस्ट और वर्स्ट जिहड़ा हैगा आपां इकट्ठे कर ले। ठीक है, इन्हों 1 यूनिट मान लिया तो बाकी बच गए 7। तो फिर नंबर ऑफ अरेंजमेंट्स किन्ने हो गए, नंबर ऑफ अरेंजमेंट्स हो गए 7 आ हो गए, 1 आ हो गया, 8 फिक्टोरियल हो गया। ठीक है जी, ये भी आपां नूं पता लग गया तुहाडे कोल। हुण दे दैमसैल्फ, वर्स्ट पहला आ जाए बेस्ट बाद च आ जाए, ये भी हो सकता है। सो दैमसैल्फ कैन बी अरेंज्ड, वो आऊगा 2 फिक्टोरियल। सो टोटल नंबर of arrangement in which best and worst together, total number of arrangement in which best and worst together। so कितना होगा 8 फिक्टोरियल ते 2 फिक्टोरियल। ਆਪਾਂ ਨੂੰ ਤਾਂ ਉਹਨੇ नॉट टुगैदर पूछा होया। सो नॉट टुगैदर लिए की होगा टोटल माइनस 8 फिक्टोरियल गुणा 2 फिक्टोरियल। एक कर लेना पे बुक विच ਇਹਦਾ आंसर हैगा 28/40।
सो आ ही जाएगा। ठीक हो गया जी। सो ये स्टोरी हैगी है तुहाडे क्वेश्चन दी। क्वेश्चन तुसी देख लो, तुहाडे कोल जिहड़ा हैगा है टोटल माइनस टुगैदर करना हैगा है तुहाडे कोल। टोटल 9 फैक्टोरियल पक्का है, टुगैदर 2 मन्ने सी, 2 नूं 1 मान लिया, ਇਹਦਾ मतलब 8 रह गई चीज़ां क्योंकि 2 नूं 1 मान लिया, 9 टोटल सीगियां ते 8 फैक्टोरियल दैमसैल्फ आपां लाउणा ही लाउणा। जदों आपां दैमसैल्फ लै लिया तो इन्ने के काम च ਇਹਦਾ अपना काम बन गया तुहाडे कोल। सो ठीक है जी। फिर इस प्रिंसीपल नूं एक्सप्लेन कर दी एक एग्जाम्पल होर, तां जो तुहानूं होर पक्का तुहाडे पास क्वेश्चन समझ आ जावे। ठीक है जी। सो जिहड़ा हैगा तुहाडे पास उहदे विच क्या है, तुहाडे पास 5 चिल्ड्रन CHILDREN 5 चिल्ड्रन be arranged in a row, be arrange in a row। so 5 children ਨੂੰ ਆਪਾਂ arrange ਕੀਤਾ row such that Ram and Shyam always together, Ram and Shyam always together। स्पैलिंग ते ना जाओ क्योंकि SHYAM ਹੁੰਦੇ ਤਾਂ कोई चक्कर नहीं। Shyam always together, always together। ठीक है। तो दूसरा हैगा तुहाडे कोल never together। ठीक है। हुण टोटल नंबर ऑफ अरेंजमेंट 5 बच्चे हैं ना, सारे डिफरेंट ही हैं, बच्चों वाला केस है। तो टोटल जेडे थोड़े अरेंजमेंट ने दैट इज 5 फैक्टोरियल। ठीक है। हुण आपां टुगैदर कढ़ना है तो राम कंसीडर राम एंड श्याम एज 1 यूनिट। हुण राम श्याम 1 यूनिट, बाकी न्याणे बच गए 3। तो यदा मतलब अरेंजमेंट्स किन्ने हो गए, अरेंजमेंट्स हो गए तुहाडे कोल राम श्याम नूं 1 मनना, उधर 3 सो 4 फैक्टोरियल हो गया जी। हुण दैमसैल्फ कैन बी अरेंज, दैमसैल्फ कैन बी अरेंज 2 फैक्टोरियल। सो फिर राम एंड श्याम टुगैदर 4 फैक्टोरियल यूनिट करके 2 फैक्टोरियल आ। सो 4 × 2 फैक्टोरियल आ गया, 24 दूना 48 पॉसिबिलिटीज हो गई। नैवर टुगैदर का फार्मूला की होगा, टोटल 5 फैक्टोरियल माइनस 48, 120 माइनस 48। सो अगर 120 चो 48 आप घटा दिए तो तुहाडा आंसर आ जाएगा 72। ठीक है जी। सो ये तुहाडा जिहड़ा हैगा ये क्वेश्चन हो गया। ठीक है जी। सो मेरा ख्याल है तुहानूं हुण टुगैदर नॉट टुगैदर वाली सिचुएशन तो बड़े वधिया ढंग नाल समझ आ गई तुहाडे कोल। ठीक है जी। आपां होर ले लैंदे एग्जांपल्स, तुहाडे कोल कोई दिक्कत वाली गल नहीं हैगी तुहाडे कोल। सो ठीक हो गया जी। मेरा ख्याल है तुहानूं ठीक ठाक ढंग नाल आइडिया हो गया होएगा तुहाडे कोल भी चल की रहा है हाले। ठीक है। सो लो जी एक क्वेश्चन होर लैंदे आ तुहाडे पास। ठीक है। कहंदा वर्ड डेली है, DELHI डेली। ठीक है। तो हाउ मैनी वेज लेटर्स ऑफ डेली आर अरेंज। सो लेटर्स ऑफ डेली आर अरेंज्ड, सो डेली के लेटर सो दैट वॉवल्स ऑक्यूपाई ईवन प्लेसिस। हुण फर्क है, वॉवल्स ऑक्यूपाई ईवन प्लेसिस। हुण यूनिट नहीं बनने क्योंकि प्लेस खिंड गई उन्होंने, इकट्ठे नहीं है। हुण वॉवल्स ऑक्यूपाई ईवन प्लेसिस, तो वॉवल ईवन प्लेसिस ऑक्यूपाई करते हैं। तो जो ईवन प्लेसिस ऑक्यूपाई करते हैं, पहला आप 1 2 3 4 5 प्लेसिस हैं। इस प्लेस नूं ईवन कहने, इस प्लेस नूं ईवन कहने। ठीक हो गया जी। पहली प्लेस ऑड होंदी है, 1 2 3 4 5। सो एक प्लेस ऑड, 2 ईवन, तीसरी ऑड तो यह भी ऑड। ठीक है जी। सो सब तो पहला अगर आप देखिए तुहाडे कोल, ठीक है, 5 आपां नूं पता है तो ईवन प्लेसिस ते वॉवल ने जाना। वॉवल है किन्ने, वॉवल्स है किन्ने, ई वॉवल है, आई वॉवल्स है। वॉवल्स किन्ने ने 2। ठीक है जी। 2 वॉवल्स ने, 2 वॉवल्स ने प्लेसिस किन्नियां ने। ठीक है। देखो ध्यान नाल तो को DELHI। ठीक है जी। एक ई वॉवल है, एक आई वॉवल है, 2। तो इसका मतलब क्या है, 2 वॉवल्स कैन बी अरेंज इन 2 ईवन प्लेसिस, है ना। तो 2 ही वॉवल हैं, 2 ही प्लेसिस ते लेने हैं। तो मतलब पहली प्लेस कैन बी फिल्ड इन 2 वेज, दूसरी प्लेस कैन बी फिल्ड इन वो। तो इसका मतलब तुहाडे पास वॉवल्स कैन बी अरेंज, वॉवल्स 2 ने तो कैन बी अरेंज किद्दां होणगे,
ਅਰੇਂਜ ਇਨ 2p2 ਯਾਨੀ ਕਿ 2 ਫੈਕਟੋਰੀਅਲ ਵੇਜ਼, ਹੋਰ ਤਾਂ ਕੋਈ ਤਰੀਕਾ ਹੀ ਨਹੀਂ। 2 ਤਾਂ ਫੈਕਟੋਰੀਅਲ ਵੀ ਨਾ ਪਾਓ ਤਾਂ ਵੀ ਸਰ ਜੂਗਾ। ਸੋ 2 ਜਗ੍ਹਾ ਤੇ ਸੀ 2 ਫੈਕਟੋਰੀਅਲ ਨਾਲ। ਹੁਣ ਵਾਰੀ ਕੀ ਆ ਗਈ ਕੌਨਸੋਨੈਂਟ ਦੀ, ਠੀਕ ਹੈ। ਕੌਨਸੋਨੈਂਟ ਆਡ ਪਲੇਸਿਸ ਤੇ ਜਾਣੇ ਨੇ। ਕਿੰਨੇ ਕੌਨਸੋਨੈਂਟ ਨੇ 3, ਪਲੇਸਿਸ ਵੀ ਕਿੰਨੀਆਂ ਨੇ 3 3 ਤੇ। ਸੋ ਜਿਹੜੇ ਕੌਨਸੋਨੈਂਟਸ ਹੈ ਤੁਹਾਡੇ ਪਾਸ ਉਹ ਵੋਵਲਸ ਕੈਨ ਬੀ ਅਰੇਂਜ ਇਨ ਕਿਹੜੀਆਂ ਪਲੇਸਿਸ ਤੇ ਸੀ ਈਵਨ ਪਲੇਸਿਸ ਤੇ, ਹੈ ਨਾ। 2 ਹੀ ਪਲੇਸਿਸ ਸੀ। ਹੁਣ ਕੌਨਸੋਨੈਂਟ ਆਡ ਪਲੇਸਿਸ ਤੇ 3 ਹੀ ਪਲੇਸਿਸ ਹੈ, 3 ਹੀ ਕੌਨਸੋਨੈਂਟ ਹੈ, ਤਾਂ ਉਹ 3 ਫੈਕਟੋਰੀਅਲ ਵੇਜ਼ ਆ ਗਿਆ। ਸੋ ਇਹਦਾ ਮਤਲਬ ਟੋਟਲ ਨੰਬਰ ਆਫ ਵੇਜ਼ 2 × 3। ਸੋ 2 ਫੈਕਟੋਰੀਅਲ × 3 ਫੈਕਟੋਰੀਅਲ, ਠੀਕ ਹੈ ਜੀ। ਸੋ 3 ਤੋਂ 6 12 ਵੇਜ਼ ਤੁਹਾਡੇ ਪਾਸ ਹੋ ਜਾਣਗੀਆਂ। ਤੁਹਾਡੇ ਕੋਲ 12 ਵੇਜ਼ ਦੇ ਵਿੱਚ ਆਪਾਂ ਅਦਲੀ ਬਦਲੀ ਕਰ ਸਕਦੇ ਹਾਂ। ਔਰ ਜੇ ਤੁਹਾਨੂੰ ਕਿਹਾ ਜਾਵੇ ਵੀ ਬਣਾ ਕੇ ਦੱਸ ਸਕਦੇ ਹੋ ਤੁਹਾਡੇ ਕੋਲ, ਹਾਂਜੀ ਬਣਾ ਕੇ ਦੱਸ ਸਕਦੇ ਹਾਂ ਤੁਹਾਡੇ ਕੋਲ, ਠੀਕ ਹੈ। ਤੇ ਜੇ ਮੈਂ ਤੁਹਾਨੂੰ ਕਹਾਂ ਡੈਲੀ ਲਿਖਿਆ, ਤੁਸੀਂ ਇਹਦੀਆਂ 12 ਵੇਜ਼ ਕਰ ਸਕਦੇ ਹੋ। ਔਰ ਤੁਸੀਂ ਜਿਹੜਾ ਹੈਗਾ ਕਿ ਕਿਆ ਤੁਸੀਂ 12 ਦੱਸ ਸਕਦੇ ਹੋ, ਤਾਂ ਫਿਰ ਜੇ ਤੁਹਾਨੂੰ ਆਪਾਂ ਕਹੀਏ 12 ਪਲੇਸਿਸ ਨੂੰ ਲਿਖਣ ਨੂੰ, ਤਾਂ ਮੈਂ ਜਸਟ ਹਿੰਟ ਦਿੰਦਾ, ਤੁਸੀਂ ਟਰਾਈ ਕਰਿਓ। ਪੇਪਰ ਵਿੱਚ ਆਉਂਦਾ ਨਹੀਂ, ਪਰ ਕੰਪੀਟੀਸ਼ਨ ਲਈ ਦਿਮਾਗ ਨੂੰ ਕੰਮ ਲਾਉਣਾ ਜ਼ਰੂਰੀ ਹੈ। ਆਹ ਤੁਹਾਡੀ ਈਵਨ ਪਲੇਸਿਸ ਹੈ, ਆਹ ਤੁਹਾਡੀਆਂ ਆਡ ਪਲੇਸਿਸ ਹੈ। ਹੁਣ ਈਵਨ ਨੂੰ ਆਕੂਪਾਈ ਕਰਵਾ ਦਿਓ। ਈਵਨ ਪਲੇਸਿਸ ਤੇ ਕੀ ਚਾਹੀਦਾ ਵਾਵਲ, ਤਾਂ ਇੱਕ ਈਵਨ ਪਲੇਸ ਆ ਹੈਗੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਇੱਥੇ ਵਾਵਲ ਜਿਹੜਾ ਹੈਗਾ ਉਹ ਜਾ ਸਕਦਾ ਹੈਗਾ ਹੈ। ਤਾਂ ਜੇ ਇੱਥੇ ਵਾਵਲ ਲਿਖੋਗੇ 12 ਦੀ 12 ਲਿਖਣ ਨੂੰ ਕਹਿਣਾ, ਮੈਂ ਤੁਹਾਨੂੰ ਲਿਖਣ ਨੂੰ ਕਹਿਣਾ, ਮੈਂ ਛੱਡ ਦੇਣਾ ਹੁਣੇ ਇਹ ਕੁਐਸਚਨ। ਤਾਂ ਵਾਵਲ ਮੇਰੇ ਪਾਸ ਕਿੰਨੇ ਸੀਗੇ, ਈ ਸੀਗਾ ਤੇ ਆਈ ਸੀਗਾ। ਜਾਂ ਤਾਂ ਐ ਲਿਖੋਊਗਾ ਜਾਂ ਫਿਰ ਆਈ ਤੇ ਈ ਲਿਖੋਊਗਾ, ਠੀਕ ਹੈ। ਵਾਵਲਸ ਹੋ ਗਏ, ਤਾਂ ਵਾਵਲ ਦੀਆਂ 2 ਪਲੇਸਿਸ ਬਣ ਗਈਆਂ। ਹੁਣ ਅੱਖਰ ਕਿੰਨੇ ਬਚ ਗਏ, ਅੱਖਰ ਕਿੱਥੇ ਬਣ ਕੇ, ਇੱਕ ਹੋ ਗਿਆ ਡੀ ਬਚ ਗਿਆ, ਹੈ ਨਾ, ਐਲ ਬਚ ਗਿਆ ਤੇ ਐਚ ਬਚ ਗਿਆ। DLH ਬਚ ਗਏ ਤੁਹਾਡੇ ਕੋਲ, DELHI। ਸੋ DLH ਬਚ ਗਏ। ਤੇ ਜੇ DLH ਬਚ ਗਏ ਤਾਂ ਫਿਰ ਮੌਜਾਂ ਲੱਗ ਗਈਆਂ ਤੁਹਾਡੇ ਕੋਲ, ਠੀਕ ਹੈ। ਹੁਣ ਤੁਸੀਂ 6 ਤਿੰਨ ਚੀਜ਼ਾਂ 6 ਤਰੀਕੇ ਨਾਲ ਅਰੇਂਜ ਹੁੰਦੀਆਂ। ਸੋ 1 2 3 4 5, 1 2 3 4 5, 1 2 3 4 5, 1 2 3 4 5, 2 3 4 5, 1 2 3 4 5। इधर 6 हो गया। EI 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 EI, ठीक है जी। सो ट्यून नहीं बनानी, EI, ठीक है। सो EI हो गया जी। तो हुण इत्थे की करना, इत्थे डेली फिक्स कर दो, D फॉर डेली, इत्थे LH कर दो, इत्थे HI कर दो, काम खत्म, ठीक है। हुण D के बाद L फिल कर दो, इत्थे L फिल कर दो, इत्थे DH कर दो, इत्थे L फिल के इत्थे HD कर दो। टेक्नीक समझा रहा, मिनट एक लगता है। L फिक्स हो गया तुहाडे पास, DL हो गया H, इत्थे DI जिहड़ा हैगा DH फिल हो गया तुहाडे कोल, DL, तो फिर इत्थे फिक्स हो गया, इत्थे LD। ਉਹ ਸਾਰੇ ਅੱਖਰ ਫੇਰ ਦਵਾ ਆਹੀ ਸਾਰੇ ਰਿਪੀਟ ਕਰ ਦਿਓ, ਸਿਰਫ ਇਹਨਾਂ ਨੂੰ ਸ਼ਫਲ ਕਰਾ ਕੇ ਇੱਥੇ ਆਈ ਕਰ ਦਿਓ, ਇੱਥੇ ਹੀ ਕਰ ਦਿਓ। ਸੋ 6 ਉੱਧਰੋਂ ਆ ਜਾਣਗੇ, 6 ਇੱਧਰੋਂ, 12 ਤੁਹਾਡੇ ਹੋ ਜਾਣਗੇ, ਠੀਕ ਹੈ ਜੀ। ਮੇਰਾ ਖਿਆਲ ਹੈ ਟੁਗੈਦਰ ਵਾਲਾ ਮੈਥਡ ਤੁਹਾਨੂੰ ਆ ਗਿਆ। ਬਾਕੀ ਨੈਕਸਟ ਲੈਕਚਰ ਕਰਾਂਗੇ। ਥੈਂਕ ਯੂ।